ਚੱਲਦੇ ਆਪਾਂ ਕਹਾਣੀ ਅੱਜ ਦੀ ਹੈਗੀ ਆ ਇੰਦਰਜੀਤ ਕੌਰ ਸਿੱਧੂ ਉਹਨਾਂ ਦੀ ਲਿਖੀ ਹੋਈ ਆ। ਸੋ ਸਰਾਪੇ ਲੋਕ ਉਹਦੇ ਵੱਲ ਚੱਲਦੇ ਆ। ਹੈ ਤੁਸੀਂ ਮੈਨੂੰ ਕੀ ਸਮਝਦੇ ਹੋ? ਮੈਂ 10 ਸਾਲ ਕਹਿਣੇ ਸੌਖੇ ਨਹੀਂ ਹੁੰਦੇ। 10 ਸਾਲ ਤੁਹਾਡੇ ਲਈ ਜਾਇਆ ਕੀਤੇ ਆ ਤੇ ਮੇਰਾ ਕੀ ਬਣਿਆ? ਆਪੋ ਆਪਣੇ ਮਤਲਬ ਤੁਸੀਂ ਸਿੱਧ ਕਰ ਲਏ। ਹੈ ਮੰਮੀ ਤੁਸੀਂ ਲੋਕਾਂ ਨੂੰ ਆਖਦੇ ਫਿਰਦੇ ਹੋ ਕਿ ਆਪਣੀਆਂ ਧੀਆਂ ਨੂੰ ਯੂਜ਼ ਕਰਦੇ ਨੇ ਲੋਕ, ਤੇ ਤੁਸੀਂ ਯੂਜ਼ ਨਹੀਂ ਕੀਤਾ। ਤੁਸੀਂ ਤਾਂ ਮੈਨੂੰ ਯੂਜ਼ ਵੀ ਕੀਤਾ ਤੇ ਮੈਨੂੰ ਅਬਿਊਜ਼ ਵੀ ਕੀਤਾ। ਕਦੇ ਆਪਣੇ ਅੰਦਰ ਝਾਤੀ ਮਾਰ ਕੇ ਦੇਖਿਓ, ਆਪਣੇ ਆਪ ਨਾਲ ਰਹਿ ਕੇ ਦੇਖਿਓ। ਹਰ ਇੱਕ ਨੂੰ ਆਪਣੀ ਜ਼ਿੰਦਗੀ ਦਾ ਫਿਕਰ ਪਿਆ ਹੋਇਆ ਕਿ ਮੇਰੀ ਜ਼ਿੰਦਗੀ ਨਾ ਖਰਾਬ ਹੋ ਜਾਵੇ, ਮੇਰੀ ਜ਼ਿੰਦਗੀ ਨਾ ਖਰਾਬ ਹੋ ਜਾਵੇ, ਮੇਰੀ ਜ਼ਿੰਦਗੀ ਬਣ ਜਾਵੇ, ਇਹਦੀ ਜ਼ਿੰਦਗੀ ਬਣ ਜਾਵੇ, ਉਹਦੀ ਜ਼ਿੰਦਗੀ ਬਣ ਜਾਵੇ। ਆਪੋ ਆਪਣਾ ਫਿਕਰ ਸਾਰੇ ਕਰੀ ਜਾਂਦਾ ਤੇ ਮੇਰਾ ਫਿਕਰ ਕਿਹਨੂੰ ਆ? ਫਿਰ ਮੇਰੇ ਲਈ ਕਿਸੇ ਨੇ ਕੀਤਾ ਕੀ ਆ? ਇਹ ਤਾਂ ਮੈਨੂੰ ਦੱਸੋ। ਮੈਂ ਆਪਣਾ ਕਮਾਉਣੀ ਆ, ਆਪਣਾ ਖਾਣੀ ਆ, ਤੁਹਾਨੂੰ ਸਾਰਿਆਂ ਨੂੰ ਵੀ ਕਮਾਉਣੀ ਆ। ਸ਼ਰਮ ਆਉਣੀ ਚਾਹੀਦੀ ਆ। ਤੇ ਮੇਰੇ ਲਈ ਕਿਸੇ ਨੇ ਕੀ ਕਰਤਾ? ਧੀ ਦੇ ਅੱਗ ਵਰਗੇ ਬੋਲ ਰਮਿੰਦਰ ਦੇ ਕੰਨਾਂ ਵਿੱਚ ਗਰਮ ਸਿੱਕੇ ਵਾਂਗੂ ਪੈ ਗਏ ਕਿ ਹੈ ਤਾਂ ਮੇਰੀ ਧੀ ਆ, ਪਰ ਇਹ ਗੱਲਾਂ ਕਿਹੋ ਜਿਹੀਆਂ ਕਰਦੀ ਆ। ਪਿਛਲੀਆਂ ਕਈ ਵਰਿਆਂ ਤੋਂ ਇੰਝ ਹੀ ਹੁੰਦਾ ਆਇਆ, ਇਉਂ ਹੀ ਬੋਲਦੀ ਆ ਉਹ। ਇਹ ਨਹੀਂ ਸਮਝਣਾ, ਇਹਨੇ ਨਹੀਂ ਸਮਝਣਾ ਹੈਗਾ। ਇਹਦੇ ਨਾਲ ਮੱਥਾ ਮਾਰਦਾ ਹੁਣ ਕੋਈ ਫਾਇਦਾ ਨਹੀਂ ਹੈਗਾ। ਅੱਜ ਕੱਲ੍ਹ ਦੀਆਂ ਕੁੜੀਆਂ ਕਿਸੇ ਦੇ ਨਾਲ ਜੁੜੀਆਂ ਨਹੀਂ, ਟੁੱਟਦੀਆਂ, ਜੁੜਦੀਆਂ, ਤਿੜਕਦੀਆਂ, ਸਾਹ ਜਿਵੇਂ ਤਿੜਕਦੇ ਹੁੰਦੇ ਆ। ਰਮਿੰਦਰ ਨੂੰ ਹੁਣ ਟੁੱਟਣਾ ਹਮੇਸ਼ਾ ਹੀ ਬਹੁਤ ਔਖਾ ਲੱਗਦਾ ਸੀਗਾ। ਐਵੇਂ ਕਲਾਵੇ 'ਚ ਭਰ ਕੇ ਬਹਿੰਦੀ ਰਹਿੰਦੀ, ਰਿਸ਼ਤਿਆਂ ਦੇ ਮੂੰਹ ਦੇਖਦੀ ਰਹਿੰਦੀ, ਜਾਣਦੀ ਵੀ ਸਮਝਦੀ ਵੀ ਦੁਨੀਆ ਜਹਾਨ ਦੇ ਪੁੱਤ ਸਦੀਆਂ ਤੋਂ ਅੱਡ ਹੁੰਦੇ ਆਏ ਆ, ਅੱਡ ਹੁੰਦੇ ਰਹਿੰਦੇ ਹੀ ਆ। ਸਿਰਫ ਧੀਆਂ ਦਾ ਘਰੋਂ ਜਾਣਾ ਕੁਝ ਰਸਮਾਂ ਦੇ ਨਾਲ ਵੱਜਿਆ ਹੋਇਆ। ਕੁਝ ਰਸਮਾਂ ਹੁੰਦੀਆਂ ਨੇ ਜਦੋਂ ਧੀਆਂ ਨੂੰ ਘਰੋਂ ਤੋਰਿਆ ਜਾਂਦਾ, ਆਪਣੇ ਘਰ ਜਾਣ ਦੇ ਤਸੱਬਰ ਨਾਲ, ਜਿਸ 'ਚ ਆਪਣਾ ਕੁਝ ਵੀ ਨਹੀਂ ਹੁੰਦਾ। ਦਰਅਸਲ ਸਾਰੇ ਲੋਕ ਹੀ ਔਰਤ ਦਾ ਇਹ ਜਾਣਾ ਪਹਿਲਾਂ ਹੀ ਸਮਝ ਲੈਂਦੇ ਆ ਕਿ ਇੱਕ ਨਾ ਇੱਕ ਦਿਨ ਧੀਆਂ ਨੇ ਘਰੋਂ ਤੁਰ ਹੀ ਜਾਣਾ। ਉਹਨਾਂ ਦਾ ਆਪਣਾ ਉੱਥੇ ਕੁਝ ਵੀ ਨਹੀਂ। ਉਸ ਨੂੰ ਸਿਰਫ ਪਰਛਾਵੇਂ ਮਗਰ ਭੱਜਣ ਦੀ ਆਦਤ ਪੈ ਗਈ ਹੁੰਦੀ ਆ। ਘਰ ਦਾ ਤਸੱਬਰ, ਪਤੀ ਪਤਨੀ, ਪਿਆਰ, ਫਿਰ ਬੱਚੇ, ਉਹਨਾਂ ਦੀ ਕਿਲਕਾਰੀਆਂ, ਇੱਟ ਉੱਤੇ ਇੱਟ ਰੱਖ ਕੇ ਸਾਰੀ ਤਸਵੀਰ ਅੱਖਾਂ ਅੱਗੇ ਬਣਾ ਲੈਣੀ। ਬਸ ਔਰਤ ਦੇ ਅੱਗੇ ਪਿੱਛੇ ਤਸੱਬਰ ਪਾਉਂਦੇ ਰਹਿੰਦੇ ਆ ਤੇ ਉਹ ਭਰਮ ਪਾਲਦੀ ਰਹਿੰਦੀ ਆ, ਹਮੇਸ਼ਾ ਹੀ ਭਰਮ ਪਾਲਦੀ ਰਹਿੰਦੀ ਆ। ਉੱਚੇ ਉੱਚੇ ਮਹਿਲ ਉਸਾਰਦੀ ਰਹਿੰਦੀ ਆ, ਸੋਚਾਂ ਦੇ ਮਹਿਲ। ਕਦੇ ਕਦੇ ਉਹ ਸੱਚੀ ਉਹਦੇ ਉੱਚੇ ਉੱਚੇ ਉਸਾਰੇ ਹੋਏ ਮਹਿਲ ਉਹਦੇ ਉੱਤੇ ਡਿੱਗ ਪੈਂਦੇ ਆ। ਜਦੋਂ ਧੀ ਨੂੰ ਕੈਨੇਡਾ ਵਿਆਹ ਕੇ ਤੋਰਦੇ ਆ, ਰਮਿੰਦਰ ਨੇ ਕਦੇ ਇਹ ਸੋਚਿਆ ਵੀ ਨਹੀਂ ਹੋਣਾ ਕਿ ਹਾਲਾਤ ਇਸ ਤਰ੍ਹਾਂ ਕਰਵਟ ਲੈ ਲੈਣਗੇ। ਇੱਕ ਤਲਖ ਹਨੇਰੀ ਵਗੇਗੀ ਤੇ ਉਹਦੇ ਵਜੂਦ 'ਚ ਸਾਰੇ ਤਿਣਕੇ ਉੱਡ ਜਾਣਗੇ। ਅੱਗ ਵਰਗੀ ਤਿੱਖੀ ਧੀ ਜਿਹਨੇ ਕਦੇ ਸਮਝੌਤਾ ਕਰਨਾ ਸਿੱਖਿਆ ਹੀ ਨਹੀਂ, ਕੈਨੇਡਾ ਵਿਆਹਿਆ। ਪੰਜਾਬ 'ਚ ਵੀ ਆਪਣੀ ਹੈਸੀਅਤ ਅਨੁਸਾਰ ਚੰਗੇ ਤੋਂ ਚੰਗਾ ਮੁੰਡਾ ਲੱਭਿਆ ਤਾਂ ਜਾ ਸਕਦਾ ਸੀ। ਸੱਚੀ ਹੱਸਣ ਖੇਡਣ ਦੀ ਉਮਰ ਸੀ ਉਦੋਂ ਇਹਦੀ, ਜਦੋਂ ਮੈਂ ਇਹਨੂੰ ਪ੍ਰਦੇਸ਼ਨ ਕਰਤਾ। ਵਿਆਹ ਵੀ ਫੇਲ ਹੋ ਗਿਆ, ਮਿੰਨੀ ਆਪ ਵੀ ਫੇਲ ਹੋ ਗਈ, ਰਮਿੰਦਰ ਵੀ ਫੇਲ ਹੋ ਗਈ ਤੇ ਅਵਤਾਰ ਸਿੰਘ ਵੀ ਫੇਲ ਹੋ ਗਿਆ। ਸਰਦਾਰ ਅਵਤਾਰ ਸਿੰਘ ਉਹ ਵੀ ਫੇਲ ਹੋ ਗਿਆ। ਮਤਲਬ ਵਿਆਹ ਵੀ ਫੇਲ, ਕੁੜੀ ਵੀ ਫੇਲ, ਮਾਂ ਵੀ ਫੇਲ, ਪਿਓ ਵੀ ਫੇਲ। ਦਰਅਸਲ ਇਨਸਾਨ ਹਾਲਾਤ ਦੇ ਹੱਥਾਂ ਦਾ ਖਿਡੌਣਾ ਹੁੰਦਾ। ਉਵੇਂ ਦਾਨਾ ਬਣਿਆ ਫਿਰਦਾ, ਵੱਡੀਆਂ ਵੱਡੀਆਂ ਗੱਲਾਂ ਮਾਰਦਾ ਫਿਰਦਾ, ਸਿਆਣਪ ਦੀਆਂ ਪੰਡਾਂ ਬੰਨੀ ਫਿਰਦਾ। ਨਿੱਤ ਦੀ ਲੜਾਈ, ਨਿੱਤ ਦਾ ਕੁੱਤੀ ਚੀਕਾ, ਰਿਸ਼ਤਿਆਂ ਦੀ ਗਲਤ ਸੋਚ, ਤਲਖੀ, ਕਸ਼ਮਕਸ਼। ਆਜ਼ਾਦੀ ਦੇ ਭਰਮ ਵਿੱਚ ਮਿੰਨੀ ਆਪਣੇ ਪਤੀ ਤੋਂ ਅੱਡ ਹੋ ਗਈ ਕਿ ਮੈਨੂੰ ਤੁਸੀਂ ਆਜ਼ਾਦੀ ਨਹੀਂ ਦਿੰਦੇ, ਮੈਨੂੰ ਆਪਣੀ ਆਜ਼ਾਦੀ ਆਪ ਹੋਣੀ ਚਾਹੀਦੀ ਹੈ। ਉਹ ਹੁਣ ਹਨੇਰੀ ਬਣ ਗਈ ਸੀ, ਹਨੇਰੀ ਬਣੀ ਫਿਰਦੀ ਸੀਗੀ, ਕਿਸੇ ਦੀ ਨਹੀਂ ਸੀ ਸੁਣਦੀ। ਸਾਰੇ ਤਰਕ ਜਿਹੜੇ ਸੀਗੇ ਉਹਨਾਂ ਨੂੰ ਕੱਟ ਸੁੱਟਦੇ ਸੀ। ਕਦੀ ਆਪਣਾ ਮੂੰਹ ਵੇਖਿਆ? ਵਕਤ ਆ ਗਿਆ ਮੈਂ ਆਪਣੇ ਲਈ ਵੀ ਕੁਝ ਸੋਚਾਂ। ਮੰਮੀ ਮੈਂ ਤੁਹਾਡੇ ਸਾਰਿਆਂ ਲਈ ਕਰ ਕਰਕੇ ਥੱਕ ਗਈਆਂ, ਅੱਕ ਗਈਆਂ, ਟੁੱਟ ਗਈਆਂ। ਮੇਰਾ ਫਿਕਰ ਹੈ ਕਿਸੇ ਨੂੰ? ਭਲਾ ਕਿਸੇ ਨੂੰ ਮੇਰਾ ਕੋਈ ਫਿਕਰ ਨਹੀਂ ਹੈਗਾ। ਸਾਰਿਆਂ ਨੂੰ ਆਪੋ ਆਪਣੀ ਪਈ ਹੋਈ ਹੈ। ਆਪੋ ਆਪਣੇ ਕਮਰਿਆਂ 'ਚ ਬੰਦ ਹੋ ਕੇ ਤੁਸੀਂ ਲੋਕ ਰਾਤਾਂ ਨੂੰ ਸੌਂ ਜਾਂਦੇ ਹੋ। ਧੀ ਦੇ ਬੋਲਾਂ ਤੇ ਰਮਿੰਦਰ ਥਰਕ ਉੱਠਦੀ ਕਿ ਮੇਰੀ ਧੀ ਇੰਨੀ ਦੁਖੀ ਕਾਹਤੋਂ ਬੋਲਦੀ ਆ। ਉਹਦਾ ਖਾਣਾ ਪੀਣਾ ਸੌਣਾ ਸਭ ਹਰਾਮ ਹੋ ਗਿਆ। ਫਿਰ ਮਿੰਨੀ ਨੇ ਉਹਨਾਂ ਨੂੰ ਕੈਨੇਡਾ ਸੱਦ ਲਿਆ। ਘਰ 'ਚ ਹਰ ਵੇਲੇ ਹਾਲਾਤ ਇਹੋ ਜਿਹੇ ਬਣੇ ਰਹਿੰਦੇ, ਜੰਗ ਦਾ ਮਾਹੌਲ ਬਣਿਆ ਰਹਿੰਦਾ। ਅਵਤਾਰ ਸਿੰਘ ਸਾਰਿਆਂ ਤੋਂ ਵੱਡੀ ਪਰੇਸ਼ਾਨੀ ਬਣ ਗਿਆ। ਬਸ ਮੈਂ ਇਹੀ ਕਰਦੇ ਰਹਿੰਦੇ ਹਰ ਵਕਤ।
ਇਹ ਕੰਜਰ ਉਹ ਕੰਜਰ ਖਾ ਗਏ, ਲੁੱਟ ਗਏ, ਉਜਾੜਤਾ। ਮੈਂ ਮਿਰਜ਼ਾ ਜੱਟ ਬਿਨਾਂ ਭਰਾਵਾਂ ਮਾਰਿਆ ਗਿਆ। ਸ਼ਰਾਬ ਪੀ ਪੀ ਕੇ ਦੰਗਾ ਕਰਦਾ ਰਹਿਣਾ, ਘਰ 'ਚ ਭਾਂਡੇ ਭੰਨੀ ਜਾਣੇ। ਚੰਗਾ ਭਲਾ ਪੜ੍ਹਿਆ ਲਿਖਿਆ ਬੰਦਾ ਪਤਾ ਨਹੀਂ ਇਹ ਕਿੱਦਾਂ ਦਾ ਹੋ ਗਿਆ। ਤੇ ਇਸ ਜੰਗ ਦੇ ਵਿੱਚ ਪੁੱਤ ਵੀ ਸ਼ਾਮਲ ਸੀ, ਧੀ ਵੀ ਸ਼ਾਮਲ ਸੀ, ਨੂੰਹ ਵੀ ਸੀ, ਤੇ ਰਮਿੰਦਰ ਆਪ ਵੀ ਸ਼ਾਮਲ ਸੀ। ਸਾਰੇ ਆਪੋ ਆਪਣੇ ਮੁਹਾਜਾ ਤੋਂ ਗੋਲਾਬਾਰੀ ਕਰਦੇ, ਧੂਆਂ ਧੂਆਂ ਹੋਇਆ ਹੁੰਦਾ, ਅੱਗ ਲੱਗੀ ਨਜ਼ਰ ਆਉਣ ਲੱਗ ਜਾਂਦੀ। ਰਮਿੰਦਰ ਭਾਵੇਂ ਅੱਕ ਗਈ ਸੀ, ਥੱਕ ਗਈ ਸੀ, ਪਰ ਹਾਰੀ ਨਹੀਂ ਸੀ। ਨਾ, ਹਾਰੀ ਨਹੀਂ ਸੀ। ਉਹਦੇ ਅੰਦਰ ਕੁਝ ਲੋਹੇ ਵਰਗਾ ਸੀ ਜਿਹੜਾ ਟੁੱਟਦਾ ਨਹੀਂ ਸੀ, ਤੇ ਹੁਣ ਟੁੱਟਣ ਦੇਣਾ ਵੀ ਨਹੀਂ ਸੀ ਚਾਹੁੰਦੀ। ਇਹ ਹੋਂਦ ਅਣਹੋਂਦ ਦੀ ਜੰਗ ਸੀ, ਜਿਸ 'ਚ ਸਬਰ ਸੰਤੋਖ ਦੀ ਬਹੁਤ ਜ਼ਰੂਰਤ ਸੀਗੀ। ਸਬਰ ਸੰਤੋਖ ਚਾਹੀਦਾ ਸੀ। ਕੀ ਖੱਟਿਆ ਤੁਸੀਂ ਇਹ 'ਚ ਵਿਆਹ 'ਚੋਂ? ਖੱਟਿਆ ਕੁਛ ਭਲਾ? ਇਹ ਜ਼ਿੰਦਗੀ 'ਚੋਂ ਤੁਸੀਂ ਪੜ੍ਹੇ ਲਿਖੇ ਸੀ, ਨੌਕਰੀ ਕਰਦੇ ਸੀ, ਫਿਰ ਕਿਉਂ ਜੁੱਤੀਆਂ ਖਾਂਦੇ ਰਹੇ? ਕਿਉਂ? ਸੋਚਿਆ ਕਦੇ? ਤੁਸੀਂ ਇਹ ਚਾਹੁੰਦੇ ਹੋ ਕਿ ਜੋ ਜ਼ਿੰਦਗੀ 'ਚ ਤੁਸੀਂ ਨਹੀਂ ਕਰ ਸਕੇ ਉਹ ਮੈਂ ਕਰਾਂ? ਜੋ ਜ਼ਿੰਦਗੀ ਤੁਸੀਂ ਜਿਉਈ ਆ, ਹੁਣ ਮੈਂ ਵੀ ਉਹੀ ਜ਼ਿੰਦਗੀ ਜਿਉਵਾਂ? ਜੋ ਨਰਕ ਤੁਸੀਂ ਢੋਇਆ, ਹੁਣ ਮੈਂ ਵੀ ਉਹੀ ਨਰਕ ਢੋਵਾਂ? ਫੋਰਗੇਟ ਇਟ ਮਾਮੀ, ਫੋਰਗੇਟ ਇਟ। ਮੈਂ ਵੀ ਉਸ ਲਈ ਕਮਾਉਂਦੀ ਸੀ, ਮੈਂ ਵੀ ਰੋਟੀਆਂ ਪਕਾਉਂਦੀ ਸੀ, ਮੈਂ ਵੀ ਬਿੱਲ ਦਿੰਦੀ ਸੀ, ਮੈਂ ਵੀ ਜੁੱਤੀਆਂ ਵੀ ਖਾਂਦੀ ਸੀ। ਜ਼ਮਾਨਾ ਬਦਲ ਗਿਆ ਮਾਮ, ਜ਼ਮਾਨਾ ਬਦਲ ਗਿਆ। ਤੁਸੀਂ ਆਪਣੀ ਜ਼ਿੰਦਗੀ ਵਿੱਚ ਮੇਰੀ ਜ਼ਿੰਦਗੀ ਜਿਉਣੀ ਚਾਹੁੰਦੇ ਹੋ? ਨੋ। ਕਿਉਂ ਰੱਜੇ ਨਹੀਂ ਹਜੇ ਤੱਕ ਇੱਕ ਜ਼ਿੰਦਗੀ ਨਾਲ? ਮਾਈ ਫੁੱਟ। ਰਮਿੰਦਰ ਨੇ ਜਰਾ ਜਿੰਨਾ ਰੋਕਣ ਤੇ ਮਿੰਨੀ ਅੱਗ ਵਾਂਗ ਫੁੱਟ ਪੈਂਦੀ। ਰਮਿੰਦਰ ਜਾਣਦੀ ਸੀ ਕਿ ਮਿੰਨੀ ਗਲਤ ਨਹੀਂ ਸੀ, ਪਰ ਉਸ ਨੂੰ ਕਿਸੇ ਤੇ ਇਤਬਾਰ ਹੀ ਨਹੀਂ ਸੀ ਰਿਹਾ, ਆਪਣੇ ਆਪ ਤੇ ਵੀ ਨਹੀਂ ਸੀਗਾ। ਬਹੁਤ ਡਰੀ ਹੋਈ ਸੀ। ਬੇਗਾਨਾ ਮੁਲਕ, ਬੇਗਾਨਿਆਂ ਤੋਂ ਵੀ ਮਾੜੇ ਆਪਣੇ ਲੋਕ, ਟੁੱਟਦੇ ਰਿਸ਼ਤੇ, ਆਜ਼ਾਦੀ ਦੇ ਭਰਮ 'ਚ ਬਰਬਾਦ ਹੋ ਰਹੀਆਂ ਕੁੜੀਆਂ, ਧੋਖੇ ਦੇ ਰਹੇ ਮਰਦ, ਔਰਤ ਨੂੰ ਜੁੱਤੀਆਂ ਮਾਰਦੇ, ਮੁੱਛਾਂ ਨੂੰ ਵੱਟ ਦਿੰਦੇ ਮਰਦ, ਘਰਾਂ ਦੀਆਂ ਕੰਧਾਂ ਨਾਲ ਚਿਪਕੀਆਂ ਔਰਤਾਂ, ਨਿਰਾਸ਼ ਹੁੰਦੇ ਆ, ਉਖੜਿਆ ਬੁਢਾਪਾ, ਮਸਤ ਆ ਬੁਢਾਪਾ, ਫਾਲਤੂ ਹੋ ਗਈਆਂ, ਆਪਣੇ ਆਪ ਨੂੰ ਬੁਰਕੀ ਤੋੜ ਰਹੀਆਂ ਅੱਧ ਖੜ ਔਰਤਾਂ, ਫਾਰਮਾਂ ਵਿੱਚ ਤਿਲ ਮਰ ਰਿਹਾ ਪੰਜਾਬ। ਕਿੰਨਾ ਹਨੇਰਾ ਸੀ ਚਾਨਣ ਭਰੇ ਬਾਜ਼ਾਰਾਂ ਵਿੱਚ। ਰਮਿੰਦਰ ਦਾ ਦਿਲ ਡਰ ਜਾਂਦਾ। ਕੋਈ ਅਣਡਿੱਠਾ ਖੌਫ ਉਹਦੀਆਂ ਹੱਡੀਆਂ ਵਿੱਚ ਰੀਂਗਦਾ ਫਿਰਦਾ ਰਹਿੰਦਾ। ਉਹਨੂੰ ਲੱਗਦਾ ਪਤਾ ਨਹੀਂ ਕੀ ਅਣਹੋਣੀ ਹੋਣ ਵਾਲੀ ਸੀਗੀ, ਪਤਾ ਨਹੀਂ ਕਿਹੜਾ ਤੂਫਾਨ ਆਉਣ ਵਾਲਾ ਸੀਗਾ, ਕੀ ਅਨਰਥ ਹੋਣ ਵਾਲਾ ਸੀਗਾ। ਉਹਦਾ ਦਿਲ ਡੁੱਬਦਾ ਰਹਿੰਦਾ। ਬਿਨਾਂ ਚੱਪੂ ਦੀ ਕਿਸ਼ਤੀ ਵਾਂਗ ਰਮਿੰਦਰ ਹਾਲਾਤ ਦੇ ਤੂਫਾਨੀ ਸਮੁੰਦਰ 'ਚ ਡੱਕ-ਡੋਲੇ ਖਾਂਦੀ ਫਿਰਦੀ। ਰਾਤ ਜਿਹੜੀਆਂ ਸੂਤ ਦੀਆਂ ਸੋਚਾਂ ਦੁਚਿੱਤੀ ਦੀ ਚੱਕੀ ਵਿੱਚ ਦਰੜੀ ਜਾ ਰਹੀ ਰਮਿੰਦਰ ਦੇ ਮੂੰਹ ਤੇ ਇੱਕ ਚੁੱਪ ਚਿਪਕ ਗਈ ਸੀਗੀ। ਕਦੇ ਆਪਣਾ ਮੂੰਹ ਵੇਖਿਆ? ਕਿੰਨੀਆਂ ਐਕਸਕਿਊਜ਼ਿੰਗ ਲੁਕਸ ਲਈ ਫਿਰਦੇ ਹੋ ਤੁਸੀਂ? ਤੁਹਾਡੇ ਲਈ ਬਾਕੀ ਸਭ ਦੋਸ਼ੀ ਆ। ਤੁਸੀਂ ਕਿਸੇ ਵੱਲ ਉਂਗਲ ਨਹੀਂ ਚੁੱਕਦੇ, ਸਿਰਫ ਤੁਹਾਡੀਆਂ ਨਜ਼ਰਾਂ ਹੀ ਇਲਜ਼ਾਮ ਵਾਂਗ ਉੱਠਦੀਆਂ ਨੇ। ਜਾਂ ਤੁਸੀਂ ਝਾਕਦੇ ਹੋ, ਇਦਾਂ ਲੱਗਦਾ ਜਿਵੇਂ ਤੁਸੀਂ ਕਿਸੇ ਤੇ ਇਲਜ਼ਾਮ ਲਾ ਰਹੇ ਹੋਵੋ। ਤੁਸੀਂ ਬਹੁਤ ਸਮਾਰਟ ਹੋ, ਆਪਣਾ ਮਤਲਬ ਸਿੱਧ ਕਰਕੇ ਰੱਖਦੇ ਹੋ। ਧੀ ਚੀਕ ਕੇ ਆਖ ਰਹੀ ਸੀਗੀ ਆਪਣੀ ਮਾਂ ਨੂੰ, ਆਪਣਾ ਮਤਲਬ ਸਿੱਧ ਕਰਨਾ ਤੁਹਾਨੂੰ ਆਉਂਦਾ? ਤੁਸੀਂ ਕਦੇ ਆਪਣਾ ਮੂੰਹ ਵੇਖਿਆ? ਜਦੋਂ ਘਰੇ ਵੜਦੇ ਹੋ, ਜਿਵੇਂ ਕਿਸੇ ਤੇ ਅਹਿਸਾਨ ਕਰ ਰਹੇ ਹੋਵੋ, ਫਿਰ ਸਾਨੂੰ ਪੁੱਛਦੇ ਹੋ ਕਿ ਕੀ ਹੋਇਆ? ਤੁਸੀਂ ਸਾਨੂੰ ਇਹ ਪੁੱਛਣਾ ਚਾਹੁੰਦੇ ਹੋ ਕਿ ਹੋਇਆ ਕੀ ਹੈ? ਤੁਹਾਨੂੰ ਆਪ ਨੂੰ ਨਹੀਂ ਪਤਾ ਕਿ ਕੀ ਹੋਇਆ? ਤੁਸੀਂ ਸਾਨੂੰ ਦੱਸੋ ਕਿ ਤੁਹਾਨੂੰ ਕੀ ਹੁੰਦਾ ਹਰ ਰੋਜ਼? ਇਹ ਗੱਲ ਨੋ ਕਹਿ ਰਹੀ ਸੀ। ਹੁਣ ਨੋ ਦੇ ਚਿੱਤ ਆਖੇ ਅੱਖਰ ਵੀ ਰਮਿੰਦਰ ਨੂੰ ਇਲਜ਼ਾਮ ਮੰਗ ਲੱਗਦੇ। ਤੂੰ ਕਦੇ ਆਪਣਾ ਮੂੰਹ ਦੇਖਿਆ? ਚਿਪ ਖੜਿਬਾ ਜਾ। ਤੂੰ ਬਹੁਤ ਸ਼ੈਤਾਨ ਔਰਤਾਂ, ਮਤਲਬੀ ਔਰਤਾਂ, ਤੂੰ ਮਤਲਬੀ ਔਰਤ ਆਪਣਾ ਆਪ ਅੱਗੇ ਰੱਖਦੀ ਆ। ਉਹਦਾ ਪਤੀ ਵੀ ਇਹ ਗੱਲ ਕਹਿ ਰਿਹਾ ਸੀਗਾ। ਹੁਣ ਰਮਿੰਦਰ ਨੂੰ ਲੱਗਣ ਲੱਗ ਗਿਆ ਇਹ ਸਾਰੇ ਜੋ ਉਹਨੂੰ ਆਪਣੇ ਮੂੰਹ ਬਾਰੇ ਆਖਦੇ ਆ, ਮੇਰੇ ਮੂੰਹ 'ਚ ਜ਼ਰੂਰ ਕੋਈ ਨੁਕਸ ਹੋਣਾ। ਮੇਰੀ ਧੀ ਵੀ ਕਹਿ ਰਹੀ ਹੈ, ਮੇਰੀ ਨੂੰਹ ਵੀ ਕਹਿ ਰਹੀ ਹੈ, ਮੇਰਾ ਪਤੀ ਵੀ ਕਹਿ ਰਿਹਾ ਕਿ ਚਿਪ ਖੜਿਬਾ ਮੂੰਹ। ਉਹ ਕਈ ਵਾਰ ਕਿੰਨਾ ਚਿਰ ਸ਼ੀਸ਼ੇ ਮੂਹਰੇ ਖੜੀ ਰਹਿੰਦੀ। ਸ਼ੀਸ਼ੇ ਵਿਚਲੀ ਔਰਤ ਉਹਨੂੰ ਅਜਨਬੀ ਲੱਗਦੀ, ਰਮਿੰਦਰ ਲੱਗਦੀ ਨਾ, ਜਿਸ ਨਾਲ ਉਹਦਾ ਕੋਈ ਰਿਸ਼ਤਾ ਹੀ ਨਹੀਂ ਸੀਗਾ। ਖਿਚੜੀ ਵਾਲਾ ਉਡਿਆ ਰੰਗ, ਅੱਖਾਂ 'ਚ ਲਹਿਰਾਉਂਦੇ ਅਵਿਸ਼ਵਾਸ ਦੇ ਸਾਏ, ਵਿਸ਼ਵਾਸ ਹੈ ਹੀ ਨਹੀਂ ਸੀ ਕਿਸੇ ਚੀਜ਼ ਤੇ। ਹੋਣ ਅਣਹੋਂਦ ਦੀ ਸੂਲੀ ਤੇ ਲਟਕਿਆ ਸ਼ੀਸ਼ੇ ਵਿਚਲਾ ਚਿਹਰਾ ਅਜਨਬੀ ਸੀਗਾ। ਉਹ ਅਸਲੀ ਰਮਿੰਦਰ ਨਹੀਂ ਸੀ ਲੱਗਦੀ ਉਹਨੂੰ, ਉਹ ਉਹਦਾ ਨਹੀਂ ਸੀ। ਕੈਨੇਡਾ ਆ ਕੇ ਰਮਿੰਦਰ ਵਿੱਚ ਜਾਣੀ ਜ਼ਿੰਦਗੀ ਮੁੱਕ ਹੀ ਗਈ ਸੀ, ਜਿਉਣ ਦੀ ਚਾਹ ਬਾਕੀ ਰਹੀ ਨਹੀਂ ਸੀ, ਹਾਸੇ ਮੁੱਕ ਹੀ ਗਏ ਸੀ। ਭਲਾ ਕੈਨੇਡਾ ਵਿੱਚ ਕਸੂਰ ਕੀ ਸੀ? ਇਨਸਾਨਾਂ ਦੀ ਵਧੀਆ ਕਦਰ ਕਰਨ ਵਾਲਾ ਮੁਲਕ ਸੀ, ਜਿੱਥੇ ਕੰਮ ਦੀ ਪੂਰੀ ਕੀਮਤ ਪੈਂਦੀ ਹੈ, ਕਦਰ ਸੀ, ਅਣਹੋਣੀਆਂ ਨੂੰ ਹੋਣੀਆਂ ਵਿੱਚ ਬਦਲਣ ਵਾਲਾ ਮੁਲਕ। ਪਰ ਮੇਰੇ ਲਈ ਇਹ ਕਿਉਂ? ਕਸੂਰ ਤੇ ਸਾਡੇ ਆਪਣੇ ਕਿਰਦਾਰ ਵਿੱਚ ਸੀ, ਆਪਣੇ ਕਿਰਦਾਰ 'ਚ, ਸੋਚ ਵਿੱਚ ਸੀ, ਜੋ ਸ਼ਰਾਪੀ ਗਈ ਸੀ। ਇੱਜ਼ਤ, ਮਾਣ, ਆਜ਼ਾਦੀ, ਬਰਬਾਦੀ ਦੇ ਮਾਅਨੇ ਬਦਲ ਗਏ ਸੀਗੇ। ਅਸੀਂ ਆਜ਼ਾਦੀ ਤੇ ਬਰਬਾਦੀ ਦੇ ਮਾਅਨੇ ਬਦਲਤੇ।
ਇਹ ਸਾਰੇ ਲੋਕ ਸ਼ਰਾਪੇ ਗਏ। ਇਹਨਾਂ ਨੇ ਉੱਚੇ ਉੱਚੇ ਮਹਿਲ ਖੜੇ ਕਰ ਲਏ, ਪਰ ਉਹਨਾਂ ਦੇ ਵਿੱਚ ਆਪਣੇ ਆਪ ਨੂੰ ਹੋਰ ਨਿੱਕੇ ਤੋਂ ਨਿੱਕਾ ਕਰਦੇ ਗਏ, ਨਿੱਕੇ ਤੋਂ ਨਿੱਕਾ ਕਰਦੇ ਗਏ, ਆਪਣੇ ਆਪ ਦੇ ਅੰਦਰ ਕੈਦ ਹੁੰਦੇ ਗਏ। ਆਜ਼ਾਦੀ ਦੇ ਨਾਂ ਤੇ ਭਟਕ ਰਹੀਆਂ ਕੁੜੀਆਂ ਜ਼ਿੰਦਗੀ ਦੇ ਅਰਥ ਘਰੋਂ ਭੁੱਲ ਕੇ ਬਾਹਰ ਨੂੰ ਲੱਭਣ ਤੁਰ ਗਈਆਂ। ਜ਼ਿੰਦਗੀ ਦੇ ਅਰਥ ਤਾਂ ਘਰੋਂ ਅੰਦਰ ਲਿਖੇ ਹੁੰਦੇ ਆ। ਅਸੀਂ ਸਾਰੇ ਇੱਕ ਦੂਜੇ ਨੂੰ ਵਕਤ ਦੇ ਸੁੱਟਣ ਤੇ ਆ ਗਏ ਆ। ਜਿਵੇਂ ਅਸੀਂ ਕੋਈ ਨਿਰਾਸ਼ ਦਾ ਜ਼ਹਿਰ ਪੀ ਰਹੇ ਹੋਈਏ। ਇਹੋ ਦੁਚਿੱਤੀ ਸਾਡਾ ਦੁਖਾਂਤ ਸੀ। ਕੁਝ ਬਹੁਤ ਰੱਜ ਕੇ ਵੀ ਪੈਰ ਛੱਡੀ ਬੈਠੇ ਤੇ ਕੁਝ ਆਪਣਾ ਆਪ ਲੱਭਦੇ ਲੱਭਦੇ ਉਦਾਸ ਹੋ ਗਏ, ਥੱਕ ਗਏ। ਹਰ ਕੋਈ ਸ਼ਰਾਪਿਆ ਜਿਹਾ ਲੱਗਦਾ ਸੀਗਾ, ਸ਼ਰਾਪ ਹੰਢਾ ਰਿਹਾ ਸੀਗਾ, ਸਾਹ ਲੈਣ ਲਈ ਆਸਰੇ ਟੋਲ ਰਿਹਾ ਸੀਗਾ। ਇਹ ਇਲਜ਼ਾਮਾਂ ਵਰਗੇ ਬੋਲ, ਇਹ ਲਗਰਾਂ ਵਰਗੀਆਂ ਭਟਕਦੀਆਂ ਹੀਰਾਂ, ਜਿਨ੍ਹਾਂ ਨੂੰ ਨਾ ਘਰੇ ਚੈਨ ਸੀ ਨਾ ਬਾਹਰ ਕਰਾਰ ਸੀ। ਰਮਿੰਦਰ ਸੋਚਦੀ ਘਰ ਘਰ ਮੇਰੇ ਵਰਗੀਆਂ ਡਰੀਆਂ ਹੋਈਆਂ ਮਾਵਾਂ ਨੇ, ਜੋ ਘਰੋਂ ਬਾਹਰ ਧੀ ਦੇ ਥੋੜਾ ਜਿਹਾ ਲੇਟ ਹੋਣ ਤੇ ਕਿੱਥੋਂ ਤੋਂ ਕਿੱਥੋਂ ਤੱਕ ਸੋਚ ਜਾਂਦੀਆਂ ਨੇ ਕਿ ਆਈ ਨਹੀਂ, ਹਾਏ ਕਿੱਥੇ ਹੋਊਗੀ, ਕਿੱਧਰ ਗਈ ਹੋਊਗੀ। ਤੁਹਾਡਾ ਮਤਲਬ ਮੈਂ ਨਿਕਲ ਜਾਊਂਗੀ? ਮੰਮੀ ਪਲੀਜ਼ ਪਲੀਜ਼। ਵੈਸੇ ਜੇ ਮੈਂ ਨਿਕਲ ਵੀ ਗਈ ਤੇ ਤੁਸੀਂ ਮੇਰਾ ਕਰ ਵੀ ਕੀ ਲਓਗੇ? ਇਹ ਬੋਲ ਸੁਣ ਕੇ ਰਮਿੰਦਰ ਤਾਂ ਥਰਪਕ ਜਾਂਦੀ। ਸੱਚਮੁੱਚ ਹੀ ਨਹੀਂ ਸੀ ਕੁਝ ਕਰ ਸਕਦੀ। ਹਨੇਰੀਆਂ ਤੂਫਾਨਾਂ ਤੇ ਮੋਢੇ ਤੇ ਚੜਿਆ ਕੋਈ ਭਲਾ ਕੀ ਕਰ ਸਕਦਾ? ਮੈਨੂੰ ਆਪਣੀ ਸੋਚ ਬਦਲਣੀ ਪੈਣੀ ਆ। ਸਾਹ ਲੈਣ ਜੋਗੀ ਸਪੇਸ ਤਾਂ ਮੈਨੂੰ ਦੇਣੀ ਪੈਣੀ ਆ। ਲਕੀਰਾਂ ਦੇ ਦਾਇਰੇ ਵਾਹ ਕੇ ਜ਼ਿੰਦਗੀ ਨਹੀਂ ਜਿਉਈ ਜਾ ਸਕਦੀ। ਪਰ ਇਹ ਕੁੜੀ ਸਮਝਦੀ ਕਿਉਂ ਨਹੀਂ ਕਿ ਵਿਆਹ ਨੂੰ ਨੇਪਰੇ ਚਾੜਨ ਲਈ ਤਾਂ ਸਭ ਕੁਝ ਦੀ ਆਹੂਤੀ ਦੇਣੀ ਪੈਂਦੀ ਹੈ। ਮੈਂ ਇਹਨੂੰ ਹਮੇਸ਼ਾ ਲਈ ਮੂਹਰੇ ਰੱਖ ਕੇ ਘਰ ਨਹੀਂ ਰੱਖਿਆ ਜਾ ਸਕਦਾ। ਮੈਂ ਮਾਰਨੀ ਪੈਣੀ ਹੈ ਜੇ ਘਰ ਰੱਖਣਾ। ਬੱਚਿਆਂ ਦੀ ਕਿਲਕਿਲ ਕਰਦੀ ਨਿਰਸ਼ਲ ਹਾਸੀ ਉੱਤੇ ਕਈ ਵਾਰ ਮੈਂ ਕੁਰਬਾਨ ਕਰਨੀ ਪੈਂਦੀ ਹੈ। ਇਹ ਕੁੜੀ ਕਿਉਂ ਨਹੀਂ ਸਮਝਦੀ ਕਿ ਮੈਂ ਕੁਰਬਾਨ ਵੀ ਕਰਨੀ ਪੈ ਸਕਦੀ ਹੈ। ਤੇ ਦੂਸਰੀ ਵਾਰੀ ਵਿਆਹ ਕਰਾ ਕੇ ਉਹਨੂੰ ਸਿਰੇ ਚਾੜਨਾ ਬਹੁਤ ਔਖਾ। ਇਹ ਧਰਤੀ ਤੇ ਕਦਮ ਕਦਮ ਤੇ ਮੋਰੀਆਂ ਨੇ, ਬਰੇਤੇ ਨੇ, ਟਿੱਬੇ ਟੋਏ ਨੇ, ਜਿਨ੍ਹਾਂ 'ਚ ਆਮ ਤੌਰ ਤੇ ਜ਼ਿੰਦਗੀ ਗਰਕੀ ਜਾਂਦੀ ਹੈ। ਨਹੀਂ, ਇਹਨੇ ਨਹੀਂ ਸਮਝਣਾ। ਇਸ ਬੇਗਾਨੇ ਮੁਲਕ 'ਚ, ਆਜ਼ਾਦ ਫਿਜ਼ਾ 'ਚ, ਔਰਤ ਲਈ ਸਾਰੇ ਹੱਕਾਂ ਵਾਲੇ ਮੁਲਕ 'ਚ ਭਾਰਤੀ ਮਰਦ ਨਹੀਂ ਬਦਲੇ। ਉਹ ਵੱਧ ਸ਼ੱਕੀ, ਵੱਧ ਗੁੱਸੇ ਵਾਲੇ ਤਲਖ ਹੋ ਗਏ ਨੇ। ਇੱਥੇ ਕੁੜੀਆਂ ਨੂੰ ਦੂਰੀ ਤੀਰੀ ਮਾਰ ਪੈਂਦੀ ਹੈ। ਕੋਈ ਨਹੀਂ ਬਚਾ ਸਕਦਾ ਇਹਨਾਂ ਨੂੰ। ਬੱਚਿਆਂ ਦੀਆਂ ਜੰਜੀਰਾਂ ਨਾਲ ਬੱਧੀ ਮਮਤਾਮਈ ਮਾਂ ਵਿਆਹੁਤਾ ਜੀਵਨ ਦਾ ਸੰਤਾਪ ਹੰਢਾਉਂਦੀ ਆ। ਜਦੋਂ ਬੱਚੇ ਹੋ ਜਾਂਦੇ ਤੇ ਫਿਰ ਉਹ ਕਹਿੰਦੀ ਹੁਣ ਮੈਂ ਆਪਣਾ ਆਪ ਮਾਰ ਕੇ ਵੀ ਘਰ ਵਸਦਾ ਹੀ ਰੱਖਣਾ। ਪੰਜਾਬ ਵਿੱਚ ਤਾਂ ਕਿਸੇ ਸਟੇਟਸ, ਇੱਜ਼ਤ, ਰਿਸ਼ਤੇਦਾਰੀ, ਬਰਾਦਰੀ ਦਾ ਸਤਿਕਾਰ ਹੋਊਗਾ। ਇੱਥੇ ਤਾਂ ਉਹ ਵੀ ਹੋਏ ਨਹੀਂ। ਬਣ ਦੀ ਲੱਕੜੀ ਇਕੱਠੀ ਹੋਈ ਆ। ਦੁਚਿੱਤੀ ਦੀ ਮਧਾਣੀ 'ਚ ਸਭ ਨੂੰ ਰੜਕੀ ਜਾ ਰਹੀ ਹੈ। ਇਹ ਘਰ ਨਰਕ ਆ। ਤੁਹਾਡੀ ਸੋਚ ਨਰਕ ਆ। ਤੁਸੀਂ ਸਭ ਮਤਲਬੀ ਹੋ। ਤੁਸੀਂ ਮੈਨੂੰ ਹੋਰ ਵਰਤ ਨਹੀਂ ਸਕਦੇ। ਹੁਣ ਮੈਂ ਆਪਣਾ ਫੈਸਲਾ ਆਪ ਕਰਾਂਗੀ। ਮੈਨੂੰ ਵੀ ਜ਼ਿੰਦਗੀ ਜਿਉਣ ਦਾ ਪੂਰਾ ਹੱਕ ਆ। ਰਮਿੰਦਰ ਨੂੰ ਛੱਡਣ ਆਈ ਮਿੰਨੀ ਨੇ ਪੂਰੇ ਜ਼ੋਰ ਨਾਲ ਕਾਰ ਨੂੰ ਬ੍ਰੇਕ ਮਾਰੀ। ਨਾਲੇ ਆਹ ਗੱਲਾਂ ਆਪਣੀ ਮਾਂ ਨੂੰ ਦੱਸ ਰਹੀ ਸੀ ਕਿ ਹੁਣ ਨਹੀਂ ਤੁਸੀਂ ਮੈਨੂੰ ਹੋਰ ਵਰਤ ਸਕਦੇ। ਮੈਂ ਆਪਣੀ ਜ਼ਿੰਦਗੀ ਦਾ ਫੈਸਲਾ ਆਪ ਕਰਾਂਗੀ। ਬੇਈਮਾਨੀ ਜਿਹੀ ਰੁਪਿੰਦਰ ਕਾਰ 'ਚ ਉਤਰੀ। ਫੁਰ ਕਰਕੇ ਮਿੰਨੀ ਨੇ ਗੱਡੀ ਮੋੜ ਲਈ। ਰਮਿੰਦਰ ਨੂੰ ਲੱਗਿਆ ਕਿ ਉਸਦੀ ਧੀ ਦੇ ਫੈਸਲੇ ਨੇ ਉਹਦੇ ਪੈਰਾਂ ਹੇਠੋਂ ਧਰਤੀ ਹਿਲਾਤੀ। ਰੇਤ ਦਾ ਇੱਕ ਵੱਡਾ ਸਾਰਾ ਮਹਿਲ ਸੀਗਾ ਜੋ ਹੇਠਾਂ ਹੀ ਹੇਠਾਂ ਜਾ ਰਿਹਾ ਸੀਗਾ, ਗਰਕ ਰਿਹਾ ਸੀਗਾ। ਥੱਕੀਆਂ ਥੱਕੀਆਂ ਉਦਾਸ ਨਜ਼ਰਾਂ ਨਾਲ ਰਮਿੰਦਰ ਉੱਪਰ ਨੀਝ ਲਾ ਕੇ ਵੇਖਦੀ। ਫਿਰ ਇੱਕ ਪਾਸੇ ਨੂੰ ਝਾਕੀ ਜਿੱਧਰ ਨੂੰ ਮਿੰਨੀ ਦੀ ਕਾਰ ਮੁੜੀ ਸੀ। ਮਗਰਲੀ ਕਾਰ ਦਾ ਹਾਰਨ ਵੱਜਿਆ ਤੇ ਉਹਦੀ ਉਹ ਸੋਚ ਟੁੱਟੀ। ਗੋਰੀ ਪਤਾ ਨਹੀਂ ਕੀ ਬੜਬੜਾ ਰਹੀ ਸੀਗੀ। ਹਨੇਰਾ ਤੇ ਡਰ ਦੋਵੇਂ ਰਮਿੰਦਰ ਦੇ ਅੱਗੇ ਦੂਰ ਤੱਕ ਪਸਰੇ ਹੋਏ ਸੀਗੇ। ਇਉਂ ਲੱਗਦਾ ਸੀ ਜਿਵੇਂ ਉਹ ਇੱਕ ਸ਼ਰਾਬ ਹੰਢਾਉਂਦੀ ਹੋਵੇ। ਇਹ ਸੀ ਅੱਜ ਦੀ ਕਹਾਣੀ। ਇੰਦਰਜੀਤ ਕੌਰ ਸਿੱਧੂ ਹੁਣਾਂ ਦੀ ਲਿਖੀ ਸ਼ਰਾਪੇ ਲੋਕ।